हाँ जी गुरु प्यारिओ, गलबात आपां ने अज करनी है कि सिख राज का पहला राज दरबार किवें लग्या ते उस समय माहौल की सी। दूजा, शेरे पंजाब नूं महाराज का खिताब किवें मिलिया, उस समय की होया ते सिख राज की करंसी बारे ते होर ही बड़ियां दिलचस्प गल्लां तुहानूं इस वीडियो विच जानन लई मिलणगीਆਂ। सो वीडियो नूं शुरू तो लैके अंत तक सुनना ते अगे जरूर शेयर करना। सो बाबा प्रेम सिंह होती मरदान जी ने लिखिया कि पंजाब दे उगे उगे शहरां अते शेरे पंजाब दे पतवंते सरदारां अते सारी फौज वल्लों सरकार दी हजूरी विच एक सम्मिलित बेनती पत्र पेश होया, जिहदे विच इच्छा प्रगट कीती गई कि लाहौर विच एक भारी दरबार कीता जावे, जिहदे विच प्रजा वल्लों आप नूं महाराजे दा खिताब दिता जाए, इहनूं प्रवान करो। तां शेरे पंजाब पहलां तां इहदी प्रवानगी लई ज़्यादा चाहवान नहीं सी, पर जद सारे सरदारां ने बहुत बेनती की तां अंत नूं उन्हां ने यह प्रवान कर ली बेनती। ਇਹਦੇ ਬਾਅਦ ਵਿਸਾਖੀ ਦਾ ਦਿਨ ਯੋਗ ਸਮਝ ਕੇ ਇਸ ਕਾਰਜ ਲਈ ਨਿਯਤ ਕੀਤਾ ਗਿਆ ਅਤੇ ਲੱਗੀਆਂ ਤਿਆਰੀਆਂ ਹੋਣ। ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਸੱਦੇ ਪੱਤਰ ਘੱਲੇ ਗਏ, ਦੂਰੋਂ ਦੂਰੋਂ ਪ੍ਰਤੀਨਿਧ ਆਏ। ਵਿਸਾਖੀ ਦੇ ਦਿਨ ਕਿਲੇ ਦੇ ਅੰਦਰ ਦੀਵਾਨੇ ਆਮ ਦੇ ਵਿੱਚ ਇੱਕ ਬਹੁਤ ਵੱਡਾ ਦਰਬਾਰ ਕੀਤਾ ਗਿਆ, ਜਿਹਦੇ ਵਿੱਚ ਦੂਰੋਂ ਇਲਾਕਿਆਂ ਤੋਂ ਸਰਦਾਰ ਅਤੇ ਹਾਕਮ ਆਏ ਹੋਏ ਸਨ। ਬੜੀ ਧੂਮ-ਧਾਮ ਨਾਲ ਇਹ ਰਸਮ ਪੂਰੀ ਕੀਤੀ ਗਈ। ਤਾਂ ਉਸ ਦਿਨ ਸ਼ਹਿਰ ਦੇ ਕੁੱਲ ਗੁਰਦੁਆਰਿਆਂ ਸਾਹਿਬ ਦੇ ਵਿੱਚ ਅਖੰਡ ਪਾਠ ਦੇ ਜੋ ਕਿ ਪਹਿਲਾਂ ਰੱਖੇ ਗਏ ਸਨ ਭੋਗ ਪਏ। ਮੁਸਲਮਾਨਾਂ ਨੇ ਮਸੀਤਾਂ ਵਿੱਚ ਦੁਆਵਾਂ ਮੰਗੀਆਂ, ਹਿੰਦੂਆਂ ਨੇ ਮੰਦਰਾਂ 'ਚ ਪ੍ਰਾਰਥਨਾਵਾਂ ਕੀਤੀਆਂ ਅਤੇ ਚੂਰਮੇ ਵੰਡੇ। ਤਾਂ ਫਿਰ ਭਾਈ ਗੁਰਮੁਖ ਸਿੰਘ ਜੀ ਨੇ ਅਤੇ ਸਤਿਗੁਰੂ ਦੇ ਹਜ਼ੂਰ ਅਰਦਾਸ ਕੀਤੀ ਅਤੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੇ ਸ਼ੇਰੇ ਪੰਜਾਬ ਨੂੰ ਮਹਾਰਾਜਗੀ ਦਾ ਤਿਲਕ ਦਿੱਤਾ ਅਤੇ ਦਰਬਾਰ ਨੇ ਭੇਟਾਵਾਂ ਪੇਸ਼ ਕੀਤੀਆਂ ਦਰਬਾਰੀਆਂ ਨੇ। ਇਸ ਸਮੇਂ ਚਾਰੇ ਪਾਸਿਆਂ ਤੋਂ ਸ਼ੇਰੇ ਪੰਜਾਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਕਈ ਸ਼ਾਹੀ ਕਵੀਆਂ ਨੇ ਸਮੇਂ ਅਨੁਸਾਰ ਕਵਿਤਾਵਾਂ ਅਤੇ ਵਾਰਾਂ ਪੜ੍ਹੀਆਂ। ਮਹਾਰਾਜਾ ਵੱਲੋਂ ਹਜ਼ਾਰਾਂ ਦੀਆਂ ਖਿਲਤਾਂ ਅਤੇ ਸਰੋਪੇ ਵੰਡੇ ਗਏ ਅਤੇ ਬੜੇ ਦਾਨ ਪੁੰਨ ਕੀਤੇ ਗਏ। ਇਸ ਦਿਨ ਮਹਾਰਾਜੇ ਦਾ ਸਿੱਕਾ ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਸੀ। ਸੋ ਸਿੱਕਿਆਂ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਬਾਰੇ ਪ੍ਰਿੰਸੀਪਲ ਸੀਤਾਰਾਮ ਕੋਹਲੀ ਨੇ ਬੜੇ ਹੀ ਭਾਵਪੂਰਤ ਸ਼ਬਦਾਂ ਵਿੱਚ ਆਪਣਾ ਨਿਰਣਾ ਦਿੰਦਿਆਂ ਲਿਖਿਆ। ਉਹ ਕਹਿੰਦਾ ਕਿ ਭਾਵੇਂ ਮਹਾਰਾਜਾ ਆਪ ਸਰਕਾਰ ਸੀ ਤੇ ਹਰ ਕੰਮ ਉਹਦੀ ਆਗਿਆ ਨਾਲ ਕੀਤਾ ਜਾਂਦਾ ਸੀ, ਲਿਖਣ ਅਤੇ ਬੋਲਣ ਵਿੱਚ ਵੀ ਉਹਨੂੰ ਸਰਕਾਰ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ, ਪਰ ਉਹ ਇੰਨਾ ਅਕਲਮੰਦ ਸੀ ਕਿ ਦਿਖਾਵੇ ਲਈ ਉਹਨੇ ਆਪਣੇ ਆਪ ਲਈ ਕਿਸੇ ਤਰ੍ਹਾਂ ਦਾ ਸ਼ਾਹੀ ਠਾਠ-ਬਾਠ ਪ੍ਰਵਾਨ ਨਹੀਂ ਕੀਤਾ। ਨਾ ਉਹਨੇ ਆਪਣੇ ਸਿਰ ਤੇ ਤਾਜ ਰੱਖਿਆ ਤੇ ਨਾ ਹੀ ਦੂਜੇ ਬਾਦਸ਼ਾਹਾਂ ਵਾਂਗ ਆਪਣੇ ਬੈਠਣ ਲਈ ਤਖਤ ਬਣਵਾਇਆ ਤੇ ਨਾ ਹੀ ਆਪ ਦੇ ਨਾਂ ਦਾ ਸਿੱਕਾ ਹੀ ਚਲਾਇਆ। ਇੱਥੋਂ ਤੱਕ ਕਿ ਉਹਦੀ ਆਪਣੀ ਮੋਹਰ ਜੋ ਸਰਕਾਰੀ ਮੋਹਰ ਦਾ ਕੰਮ ਦਿੰਦੀ ਸੀ, ਉਹਦੇ ਉੱਤੇ ਦੂਜੇ ਸਿੱਖ ਸਰਦਾਰਾਂ ਅਤੇ ਸਿਪਾਹੀਆਂ ਵਾਂਗ ਹੀ ਕੇਵਲ ਅਕਾਲ ਸਹਾਇ ਰਣਜੀਤ ਸਿੰਘ ਦੇ ਅੱਖਰ ਉਕਰੇ ਹੋਏ ਸਨ। ਦੂਜੀਆਂ ਸਰਕਾਰਾਂ ਨਾਲ ਚਿੱਠੀ ਪੱਤਰ ਜਾਂ ਇਕਰਾਰਨਾਮੇ ਕਰਨ ਲੱਗਿਆਂ ਵੀ ਰਣਜੀਤ ਸਿੰਘ ਦਾ ਨਾਂ ਨਹੀਂ ਲਿਆ ਜਾਂਦਾ ਸੀ, ਸਗੋਂ ਸਰਕਾਰ ਖਾਲਸਾ ਦਾ ਨਾਂ ਵਰਤਿਆ ਜਾਂਦਾ ਸੀ। ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਖਾਲਸਾ ਪੰਥ ਦੀ ਨੀਂਹ ਬਰਾਬਰੀ ਦੇ ਅਸੂਲਾਂ 'ਤੇ ਨਿਰਭਰ ਹੈ। ਇਹਦੇ ਵਿੱਚ ਬਾਦਸ਼ਾਹ ਅਤੇ ਪ੍ਰਜਾ ਵਾਲਾ ਸਬੰਧ ਹਾਲੇ ਆਰੰਭ ਨਹੀਂ ਸੀ ਹੋਇਆ, ਜਾਂ ਘੱਟੋ ਘੱਟ ਇਹ ਸਬੰਧ ਅਜੇ ਆਮ ਪ੍ਰਚਲਿਤ ਨਹੀਂ ਸੀ ਹੋਇਆ। ਇਸ ਰਵੱਈਏ ਅਤੇ ਅਮਲ ਤੋਂ ਸ਼ੇਰੇ ਪੰਜਾਬ ਦਾ ਭਾਵ ਇਹੀ ਸੀ ਕਿ ਉਹਦੀ ਹਸਤੀ ਹੈ ਜਿਹੜੀ ਉਹ ਖਾਲਸਾ ਪੰਥ ਤੋਂ ਨਿਵੇਕਲੀ ਨਾ ਲੱਗੇ, ਸਗੋਂ ਉਹਨੂੰ ਖਾਲਸਾ ਮਸ਼ੀਨ ਦਾ ਇੱਕ ਖਾਸ ਪੁਰਜਾ ਹੀ ਸਮਝਿਆ ਜਾਵੇ। ਇਹੋ ਹੀ ਉਹਦੀ ਸਫਲਤਾ ਦਾ ਭੇਦ ਸੀ। ਮਤਲਬ ਕਿ ਆਪਣੇ ਆਪ ਨੂੰ ਹਮੇਸ਼ਾ ਹੀ ਖਾਲਸੇ ਤੋਂ ਪਿੱਛੇ ਰੱਖਦਾ ਸੀ, ਖਾਲਸਾ ਪੰਥ ਨੂੰ ਤਰਜੀਹ ਦਿੰਦਾ ਸੀ। ਹਾਂਜੀ, ਸੋ ਇਹਨਾਂ ਸ਼ਬਦਾਂ ਤੋਂ ਬੜਾ ਸਪਸ਼ਟ ਹੋ ਜਾਂਦਾ ਕਿ ਸ਼ੇਰੇ ਪੰਜਾਬ ਨੇ ਪੂਰੀ ਸੁਤੰਤਰਤਾ ਦੇ ਨਾਲ ਆਪਣੇ ਇੱਕ ਸੁਤੰਤਰ ਹਾਕਮ ਵਾਲੇ ਰਾਜਸੀ ਅਧਿਕਾਰ ਪ੍ਰਾਪਤ ਕੀਤੇ ਸਨ। ਉਹਦੇ ਦਰਬਾਰ ਦਾ ਸੱਭਿਆਚਾਰ ਖਾਲਸਾ ਰੰਗਤ ਵਿੱਚ ਰੰਗਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਰਸਮ ਪੂਰੀ ਕੀਤੀ ਗਈ ਸੀ ਅਤੇ ਸ਼ਾਹੀ ਤਖੱਲਸਾਂ ਤੇ ਨਿਰਧਾਰਤ ਕਰਨ ਦੀ ਅਤੇ ਸ਼ਾਹੀ ਨਿਸ਼ਾਨੀਆਂ ਧਾਰਨ ਕਰਨ ਦੀ ਸਾਰੀ ਕਾਰਵਾਈ ਸਿੱਖ ਪਤਵੰਤੇ ਸੱਜਣਾ ਨੇ ਪੂਰੀ ਕੀਤੀ ਸੀ। ਹਾਂਜੀ, ਸੋ ਆਪਣੇ ਆਪ ਨੂੰ ਰਣਜੀਤ ਸਿੰਘ ਨੇ ਖਾਲਸੇ ਦੀ ਸਰਕਾਰ ਐਲਾਨਿਆ। ਸੋ ਇਹ ਸਾਰੀ ਕਾਰਵਾਈ ਕਹਿ ਲਈਏ ਵੀ ਖਾਲਸਾ ਰਹਿਤ ਮਰਿਆਦਾ ਅਨੁਸਾਰ ਕੀਤੀ ਗਈ ਸੀ ਅਤੇ ਇਹ ਪਹਿਲਾ ਸ਼ਾਹੀ ਖਾਲਸਾ ਦਰਬਾਰ ਸੀ। ਸ਼ੇਰੇ ਪੰਜਾਬ ਨੂੰ ਮਹਾਰਾਜੇ ਦਾ ਖਿਤਾਬ ਖਾਲਸਾ ਰਸਮਾਂ ਅਨੁਸਾਰ ਹੀ ਦਿੱਤਾ ਗਿਆ ਸੀ, ਪਰ ਖਾਲਸੇ ਦੀ ਸ਼ਾਨ ਨੂੰ ਅਤੇ ਮਰਿਆਦਾ ਨੂੰ ਉੱਚਿਆਂ ਦਰਸਾਉਣ ਲਈ
ਉਹਨੇ ਆਪਣੇ ਆਪ ਨੂੰ ਸਰਕਾਰ ਖਾਲਸਾ ਕਹਾਉਣਾ ਜ਼ਿਆਦਾ ਪਸੰਦ ਕੀਤਾ ਸੀ। ਜਿਵੇਂ ਕਿ ਦੀਵਾਨ ਅਮਰਨਾਥ ਨੇ ਲਿਖਿਆ ਕਿ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸ਼੍ਰੀ ਹਜੂਰ ਕਹਾਉਣਾ ਚੰਗਾ ਨਹੀਂ ਸਮਝਿਆ ਸੀ, ਸਗੋਂ ਸਰਕਾਰ ਕਹਾਉਣਾ ਜ਼ਿਆਦਾ ਚੰਗਾ ਸਮਝਿਆ ਸੀਗਾ ਉਹਨੇ ਆਪਣੇ ਆਪ ਨੂੰ। ਅਤੇ ਸ਼੍ਰੀ ਹਜੂਰ ਕਹਾਉਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਸੰਕਲਪ ਨੀਵਾਂ ਹੁੰਦਾ ਸੀ, ਇਸ ਲਈ ਉਹਨੇ ਆਪਣੇ ਆਪ ਨੂੰ ਹਜੂਰ ਵੀ ਨਹੀਂ ਅਖਵਾਇਆ। ਤਾਂ ਇਹ ਸਭ ਕੁਝ ਭਾਵੇਂ ਰਣਜੀਤ ਸਿੰਘ ਦੀ ਕਹਿ ਲਈਏ ਵੀ ਕਈਆਂ ਨੇ ਕਿਹਾ ਵੀ ਚਲਾਕੀ ਸੀ ਅਤੇ ਕਈ ਕਹਿੰਦੇ ਰਾਜਨੀਤੀ ਪੈਂਤੜੇਬਾਜ਼ੀ ਸੀ, ਪਰ ਇਹ ਸਾਰਾ ਕੁਝ ਗਲਤ ਸੀ। ਇਹ ਕਹਿ ਲਈਏ ਵੀ A to Z ਸ਼ੇਰੇ ਪੰਜਾਬ ਦੀ ਸਿਆਣਪ ਅਤੇ ਸੂਝ-ਬੂਝ ਸੀਗੀ ਕਿ ਉਹਨੇ ਆਪਣੇ ਆਪ ਨੂੰ ਖਾਲਸਾ ਪੰਥ ਤੋਂ ਨੀਵਾਂ ਰੱਖਿਆ। ਹਾਂਜੀ, ਤਾਂ ਇਹ ਸਾਰੀ ਰਸਮ ਪੂਰੀ ਹੋਣ ਤੋਂ ਬਾਅਦ ਸਰਕਾਰ ਖਾਲਸਾ ਦੇ ਤਹਿਤ ਜਾਰੀ ਕੀਤੇ ਜਾਣ ਵਾਲੇ ਸਿੱਕਿਆਂ ਅਤੇ ਮੋਹਰਾਂ ਉੱਪਰ ਲਿਖੀ ਜਾਣ ਵਾਲੀ ਇਬਾਰਤ ਦਾ ਵੀ ਫੈਸਲਾ ਹੋਇਆ ਕਿ ਮੁੱਖ ਇਬਾਰਤ ਉਹੀ ਰੱਖੀ ਜਾਵੇ ਜਿਹੜੀ ਕਿ 90 ਸਾਲ ਪਹਿਲਾਂ ਖਾਲਸਾ ਰਾਜ ਦੇ ਪਹਿਲੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਨੇ ਤਿਆਰ ਕਰਵਾਈ ਸੀ। ਉਹਦੇ ਸਿੱਕਿਆਂ 'ਤੇ ਲਿਖਿਆ ਸੀ ਕਿ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹਦਾ ਭਾਵ ਹੈ ਦੇਗ ਯਾਨੀ ਕਿ ਲੰਗਰ ਦੀ ਅਮੁਕਤਾ, ਤੇਗ ਦੀ ਨਿਰੰਤਰ ਫਤਿਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਕੀਤੀ ਹੈ। ਇਹਦਾ ਮਤਲਬ ਬਈ ਸਾਰਾ ਅਸੀਂ ਰਾਜ ਭਾਗ ਹੈ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਤੇਗ ਦੇ ਨਾਲ ਅਸੀਂ ਹਾਸਲ ਕੀਤਾ। ਤਾਂ ਦੀਵਾਨ ਅਮਰਨਾਥ ਅਨੁਸਾਰ ਜੋ ਰੁਪਇਆ ਉਸ ਸਮੇਂ ਟਕਸਾਲ ਵਿੱਚੋਂ ਜਾਰੀ ਕੀਤਾ ਗਿਆ ਸੀ ਉਹਦਾ ਵਜ਼ਨ 11 ਮਾਸੇ 2 ਰੱਤੀਆਂ ਸੀ। ਇਹਦੇ ਦੋਵੇਂ ਪਾਸੇ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਵਾਂ ਵਾਲੇ ਸ਼ੇਰ ਉਲੀਕੇ ਗਏ ਸਨ। ਤਾਂ ਗਿਆਨੀ ਗਿਆਨ ਸਿੰਘ ਅਨੁਸਾਰ ਸਿੱਕੇ ਦੇ ਇੱਕ ਪਾਸੇ ਤਾਂ ਦੇਗ ਤੇਗ ਫਤਿਹ ਵਾਲਾ ਬੈਂਤ ਸੀ, ਦੂਜੇ ਪਾਸੇ ਮਹਾਰਾਜੇ ਦਾ ਅਤੇ ਸ਼ਹਿਰ ਦਾ ਨਾਮ ਔਰ ਸੰਮਤ। ਇਹ ਜਰਬ ਲਾ ਕੇ ਉਸੇ ਦਿਨ 1100 ਰੁਪਈਆ ਤਿਆਰ ਹੋ ਕੇ ਕਹਿਲੀ ਟਕਸਾਲ 'ਚੋਂ ਆਇਆ, ਜੋ ਕਿ ਗਰੀਬਾਂ ਨੂੰ ਬਤਾਇਆ ਗਿਆ ਉਸ ਸਮੇਂ। ਤਾਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਨੇ ਇਸੇ ਗੱਲ ਨੂੰ ਹੋਰ ਵਿਸਥਾਰ ਦਿੰਦਿਆਂ ਦੱਸਿਆ ਕਿ ਇਸੇ ਹੀ ਸਮੇਂ ਮਹਾਰਾਜੇ ਦਾ ਸਿੱਕਾ ਚਲਾਉਣ ਲਈ ਵੀ ਪ੍ਰਬੰਧ ਕੀਤਾ ਗਿਆ ਸੀ। ਸਾਰੇ ਦਰਬਾਰੀਆਂ ਅਤੇ ਕਵੀਆਂ ਨੇ ਰੁਪਏ ਪੈਸੇ ਅਤੇ ਮਹਾਰਾਜੇ ਦੇ ਨਾਮ ਲਿਖਣ ਦੀ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਪਰ ਸਿੱਕਾ ਚਲਾਉਣਾ ਪ੍ਰਵਾਨ ਕੀਤਾ। ਮਤਲਬ ਕਿ ਰੁਪਏ ਨੂੰ ਨਾਨਕਸ਼ਾਹੀ ਰੁਪਈਆ, ਪੈਸੇ ਨੂੰ ਨਾਨਕਸ਼ਾਹੀ ਪੈਸਾ ਸੱਦਣ ਦਾ ਹੁਕਮ ਦਿੱਤਾ, ਜਿਨ੍ਹਾਂ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਗੁਰਮੁਖੀ ਅਤੇ ਫਾਰਸੀ ਅੱਖਰਾਂ 'ਚ ਲਿਖਿਆ ਗਿਆ। ਰੁਪਏ ਦੇ ਇੱਕ ਪਾਸੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਨਾਲ ਭਾਈ ਬਾਲੇ ਸਮੇਤ ਭਾਈ ਮਰਦਾਨਾ ਜੀ ਕੀਰਤਨ ਕਰਦੇ ਦਿਸਦੇ ਸਨ। ਦੂਜੇ ਪਾਸੇ ਗੁਰਮੁਖੀ ਅਤੇ ਫਾਰਸੀ ਅੱਖਰਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਜੀ ਸਹਾਏ ਲਿਖਿਆ ਸੀ। ਤਾਂ ਇਹ ਰੁਪਇਆ ਖਾਲਸ ਚਾਂਦੀ ਦਾ ਸੀ। ਜਿਹੜੀਆਂ ਮੋਹਰਾਂ ਸ਼ੁੱਧ ਸੋਨੇ ਦੀਆਂ ਬਣਾਈਆਂ ਗਈਆਂ ਸਨ ਉਹਨਾਂ ਦਾ ਭਾਰ 10 ਮਾਸੇ 6 ਰੱਤੀ ਦਾ ਸੀ। ਇਹਨਾਂ ਮੋਹਰਾਂ 'ਤੇ ਵੀ ਇੱਕ ਪਾਸੇ ਦੇਗ ਤੇਗ ਫਤਿਹ ਵਾਲੀ ਇਬਾਰਤ ਅਤੇ ਦੂਜੇ ਪਾਸੇ 3 ਵਾਰ ਵਾਹਿਗੁਰੂ 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 ਲਿਖਿਆ ਹੋਇਆ ਸੀ ਗੁਰਮੁਖੀ ਦੇ ਵਿੱਚ। ਸੋ ਦੋਸਤੋ, ਇਹ ਜਿਹੜੇ ਉਕਤ ਵਿਚਾਰ ਨੇ ਇਹ ਵੱਖ-ਵੱਖ ਲੇਖਕਾਂ ਦੇ ਨੇ, ਜਿਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਦਰੁਸਤ ਨਹੀਂ ਮੰਨਿਆ ਜਾ ਸਕਦਾ। ਰਣਜੀਤ ਸਿੰਘ ਦੇ ਪਹਿਲੇ 10-12 ਸਾਲਾਂ ਦੇ ਕਿਸੇ ਵੀ ਸਿੱਕੇ ਉੱਪਰ ਉਹਦਾ ਆਪਣਾ ਨਾਂ ਨਹੀਂ ਸੀ ਅਤੇ ਨਾ ਕਿਸੇ ਗੁਰੂ ਸਾਹਿਬ ਜੀ ਦੀ ਤਸਵੀਰ ਹੀ ਸੀ। ਇਸ ਤਰ੍ਹਾਂ ਦੇ ਸਿੱਕੇ ਉਹਦੇ ਰਾਜ ਦੇ ਪਿਛਲੇ ਸਾਲਾਂ ਦੇ ਵਿੱਚ ਜਾਰੀ ਕੀਤੇ ਗਏ ਸਨ, ਉਹ ਵੀ ਕੁਝ ਖਾਸ ਸਮਾਗਮ ਦੀ ਯਾਦ ਵਿੱਚ, ਜਿਸ ਤਰ੍ਹਾਂ ਕਿ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਸਮੇਂ ਜਾਂ ਕਿਸੇ ਧਾਰਮਿਕ ਪੂਜਾ ਅਸਥਾਨਾਂ ਵਿੱਚ ਦਾਨ ਵਜੋਂ ਚੜਾਉਣ ਸਮੇਂ। ਸੋ ਰਣਜੀਤ ਸਿੰਘ ਦੇ ਸਿੱਕਿਆਂ ਦੇ ਆਧੁਨਿਕ ਅਧਿਐਨ ਦੇ ਸਿੱਟੇ ਵਜੋਂ ਇਹ ਕਿਹਾ ਜਾ ਸਕਦਾ ਕਿ ਉਹਨੇ ਆਪਣੇ ਰਾਜ ਦੇ ਸਿੱਕੇ ਸਿਰਫ ਗੁਰੂ ਸਾਹਿਬਾਨ ਦੇ ਨਾਂ 'ਤੇ ਹੀ ਜਾਰੀ ਕੀਤੇ ਸਨ। ਜਦੋਂ ਰਣਜੀਤ ਸਿੰਘ ਦਾ ਰਾਜ ਬਿਲਕੁਲ ਸਿਖਰ 'ਤੇ ਸੀ, ਮਤਲਬ ਕਿ ਉਹਦੇ ਰਾਜ ਦੇ ਅਖੀਰਲੇ ਸਾਲਾਂ 'ਚ ਸਿੱਕਿਆਂ ਉੱਪਰ ਫਾਰਸੀ ਇਬਾਰਤ ਦੀ ਥਾਂ 'ਤੇ ਗੁਰਮੁਖੀ ਦੀ ਇਬਾਰਤ ਲਿਖੀ ਜਾਣੀ ਸ਼ੁਰੂ ਹੋ ਗਈ ਸੀ। ਹਾਂਜੀ, ਸੋ ਸਾਡੇ ਇਤਿਹਾਸਕਾਰਾਂ ਨੇ ਅੰਗਰੇਜ਼ ਲੇਖਕਾਂ ਦੀਆਂ ਲਿਖਤਾਂ ਤੋਂ ਜਾਣਕਾਰੀ ਲੈ ਕੇ ਲਿਖਿਆ। ਇਹ ਲਿਖਦੇ ਕਿ ਰਣਜੀਤ ਸਿੰਘ ਦੇ ਸਿੱਕਿਆਂ ਉੱਪਰ ਪਿੱਪਲ ਦੇ ਪੱਤੇ ਦੀ ਤਸਵੀਰ ਹੈ। ਇਸ ਲਈ ਉਹਨਾਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਰਣਜੀਤ ਸਿੰਘ ਨੇ ਬ੍ਰਾਹਮਣਵਾਦੀ ਪ੍ਰਭਾਵ ਥੱਲੇ ਪਿੱਪਲ ਦੇ ਪੱਤੇ ਦੇ ਨਿਸ਼ਾਨ ਵਾਲਾ ਸਿੱਕਾ ਜਾਰੀ ਕੀਤਾ ਸੀ। ਇਸ ਤਰ੍ਹਾਂ ਦੇ ਇਤਿਹਾਸਕਾਰ ਇੱਕ ਜਾਂ ਦੋ ਨਹੀਂ ਜਿਨ੍ਹਾਂ ਦੇ ਨਾਂ ਦਿੱਤੇ ਜਾ ਸਕਣ। ਇਹ ਲਗਭਗ ਸਾਰੇ ਹੀ ਨੇ ਜਿਨ੍ਹਾਂ ਨੇ ਬਿਨਾਂ ਕੋਈ ਸੋਚੇ ਇੱਕ ਦੂਜੇ ਦੀ ਨਕਲ ਮਾਰ ਕੇ ਲਿਖਿਆ। ਹਾਂ, ਕੁਝ ਇੱਕ ਨੇ ਇਸ ਪਿੱਪਲ ਦੇ ਪੱਤੇ ਨੂੰ ਬੇਰੀ ਦਾ ਪੱਤਾ ਲਿਖਿਆ। ਇਹ ਸਾਰਾ ਕੁਝ ਹੀ ਗਲਤ ਹੈ। ਅਸਲ ਦੇ ਵਿੱਚ ਜਿਹੜਾ ਇੱਕ ਸਿੱਕਾ ਭੰਗੀ ਸਰਦਾਰਾਂ ਨੇ 1784 ਈਸਵੀ ਦੇ ਵਿੱਚ ਅੰਮ੍ਰਿਤਸਰ ਤੋਂ ਜਾਰੀ ਕੀਤਾ ਸੀ, ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਸਿੱਕੇ ਦੇ ਉੱਪਰਲੇ ਪਾਸੇ
ਉੱਪਰ ਤਾਂ ਉਹੀ ਇਬਾਰਤ ਸੀ ਜੋ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਾਰੀ ਕੀਤੀ ਗਈ ਸੀ ਅਤੇ 1765 ਵਿੱਚ ਸਰਬੱਤ ਖਾਲਸੇ ਵੱਲੋਂ ਫਿਰ ਤੋਂ ਜਾਰੀ ਰੱਖੀ ਗਈ, ਕਹਿ ਲਈਏ ਵੀ ਇਹੀ ਇਬਾਰਤ। ਪਰ ਦੂਜੇ ਪਾਸੇ ਸਿੱਕੇ ਦੇ ਅੰਮ੍ਰਿਤਸਰ ਸ਼ਹਿਰ ਦਾ ਨਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਾਂ ਲਿਖਿਆ ਗਿਆ ਸੀ। ਜਿਵੇਂ ਕਿ ਉੱਪਰਲੇ ਪਾਸੇ ਸਿੱਕਾ ਜ਼ਦਬਰ ਹਰ ਦੋ ਆਲਮ ਤੇਗ ਨਾਨਕ ਵਾਹਿਦ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਦੂਜੇ ਪਾਸੇ ਸੀ ਜਰਬ ਸ਼੍ਰੀ ਅੰਮ੍ਰਿਤਸਰ ਜੀਓ ਸੰਬਤ 1832 ਮਾਈਮੀਨਿਤ ਮਾਨੂਸ ਤਖਤ ਅਕਾਲ ਬਖਤ। ਇਹ 1775 ਦੇ ਸਾਲ ਦਾ ਸਿੱਕਾ ਸੀ ਜਿਹੜਾ ਕਿ ਭੰਗੀ ਸਰਦਾਰਾਂ ਵੱਲੋਂ ਜਾਰੀ ਕੀਤਾ ਗਿਆ ਸੀ। 1784 ਈਸਵੀ ਦੇ ਵਿੱਚ ਇਸ ਸਿੱਕੇ ਉੱਪਰ ਚੌਰ ਦੀ ਤਸਵੀਰ ਵੀ ਛਾਪ ਦਿੱਤੀ ਗਈ ਸੀ। ਚੌਰ ਵੀ ਸਿੱਖ ਪ੍ਰਭੂ ਸੱਤਾ ਨੂੰ ਦਰਸਾਉਣ ਵਾਲੀ ਨਿਸ਼ਾਨੀ ਹੈ। ਸੋ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਰਜਕ ਹੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਮਾਲਕ ਕਹਿਣ ਦੇ ਨਾਂ ਨਾਲ ਤਖਤ ਚੌਰ ਦੇ ਮਾਲਕ ਵੀ ਕਹਿ ਦਿੰਦੇ ਆ। ਇਸ ਲਈ ਭੰਗੀ ਸਰਦਾਰਾਂ ਨੇ ਮਹਿਸੂਸ ਕੀਤਾ ਹੋਣਾ ਕਿ ਅਕਾਲ ਤਖਤ ਸਾਹਿਬ ਦੇ ਨਾਂ ਨਾਲ ਚੌਰ ਦੀ ਤਸਵੀਰ ਵੀ ਛਾਪਣੀ ਜ਼ਰੂਰੀ ਆ। ਇਸ ਲਈ ਪਹਿਲਾਂ 1775 ਈਸਵੀ ਵਾਲੇ ਸਿੱਕੇ ਉੱਪਰ ਇਕੱਲੇ ਅਕਾਲ ਤਖਤ ਦਾ ਨਾਂ ਸੀ, ਪਰ 1784 ਈਸਵੀ ਵਾਲੇ ਸਿੱਕੇ ਵਿੱਚ ਚੌਰ ਦੀ ਤਸਵੀਰ ਵੀ ਛਾਪ ਦਿੱਤੀ ਗਈ ਸੀ। ਇਸ ਤਰ੍ਹਾਂ ਦਾ ਸਿੱਕਾ ਬਹੁਤ ਹੀ ਪਸੰਦ ਕੀਤਾ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸੇ ਸਿੱਕੇ ਨੂੰ ਅਪਣਾ ਲਿਆ ਸੀ ਅਤੇ ਉਹਦੇ ਹਰ ਸਿੱਕੇ ਉੱਪਰ ਸ਼ਹਿਰ ਦਾ ਨਾਂ ਤਾਂ ਭਾਵੇਂ ਸ਼ਹਿਰਾਂ ਅਨੁਸਾਰ ਵੱਖ-ਵੱਖ ਸੀ, ਪਰ ਹਰ ਸਿੱਕੇ ਉੱਪਰ ਚੌਰ ਸਾਹਿਬ ਦੀ ਤਸਵੀਰ ਰੱਖੀ ਗਈ ਸੀ। ਇਹ 1849 ਈਸਵੀ ਤੱਕ ਚੱਲਦਾ ਰਿਹਾ ਸੀ। ਸਾਡੇ ਵੱਡੇ ਅੰਗਰੇਜ਼ੀ ਪੜ੍ਹੇ ਇਤਿਹਾਸਕਾਰਾਂ ਨੇ ਇਸ ਚੌਰ ਨੂੰ ਪਿੱਪਲ ਦਾ ਪੱਤਾ ਜਾਂ ਬੇਰੀ ਦਾ ਪੱਤਾ ਬਣਾ ਦਿੱਤਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੰਗਰੇਜ਼ਾਂ ਦੇ ਨਕਲਚੂ ਇਤਿਹਾਸਕਾਰਾਂ ਨੇ ਕਿਵੇਂ ਅਸਲੀਅਤ ਨੂੰ ਵਿਗਾੜ ਕੇ ਹੋਰ ਦਾ ਹੋਰੇ ਬਣਾਤਾ। ਸੋ ਬਿਲਕੁਲ ਇਸੇ ਤਰ੍ਹਾਂ ਸ਼ੇਰੇ ਪੰਜਾਬ ਨੇ ਆਪਣੇ ਇੱਕ ਸਿੱਕੇ ਉੱਪਰ ਦਰਬਾਰ ਸਾਹਿਬ ਦੀ ਉਸ ਚਾਨਣੀ ਦੀ ਤਸਵੀਰ ਉਕਰਵਾਈ ਸੀ ਜਿਹੜੀ ਹੈਦਰਾਬਾਦ ਦੇ ਨਵਾਬ ਵੱਲੋਂ ਸ਼ੇਰੇ ਪੰਜਾਬ ਨੂੰ ਕਹਿ ਲਈਏ ਵੀ ਭੇਂਟ ਕੀਤੀ ਗਈ ਸੀ ਸ਼ੁਕਰਾਨੇ ਵਜੋਂ। ਤਾਂ ਇਹ ਚਾਨਣੀ ਬੜੀ ਕੀਮਤੀ ਸੀ। ਸ਼ੇਰੇ ਪੰਜਾਬ ਨੇ ਇਸ ਚਾਨਣੀ ਨੂੰ ਬਹੁਤ ਹੀ ਖੂਬਸੂਰਤ ਅਤੇ ਕੀਮਤੀ ਸਮਝਦੇ ਹੋਏ ਕਹਿ ਲਈਏ ਵੀ ਆਪਣੇ ਉੱਪਰ ਚਲਾਉਣ ਦੀ ਥਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਚਲਾਉਣ ਲਈ ਭੇਟਾ ਕਰਤੀ ਸੀ। ਉਹਨੇ ਇਸ ਮਹਾਨ ਯਾਦਗਾਰ ਨੂੰ ਸਦਾ ਲਈ ਕਾਇਮ ਰੱਖਣ ਲਈ ਇਹਦੀ ਤਸਵੀਰ ਆਪਣੇ ਸਿੱਕੇ ਉੱਪਰ ਛਪਵਾ ਦਿੱਤੀ ਸੀ। ਇਹ ਤਸਵੀਰ ਨੂੰ ਸਾਡੇ ਵੱਡੇ ਇਤਿਹਾਸਕਾਰਾਂ ਨੇ ਆਰਸੀ ਵਾਲਾ ਸਿੱਕਾ ਕਹਿ ਦਿੱਤਾ। ਕਈਆਂ ਸਿੱਕਿਆਂ ਉੱਪਰ ਇਹ ਤਸਵੀਰ ਕੁਝ ਐਸੀ ਬਣਾਈ ਗਈ ਹੈ ਜਿਹਨੂੰ ਕਿ ਇਹਨਾਂ ਇਤਿਹਾਸਕਾਰਾਂ ਨੇ ਮੋਰ ਦਾ ਖੰਭ ਕਹਿ ਦਿੱਤਾ। ਸੋ ਇਸ ਆਰਸੀ ਅਤੇ ਮੋਰ ਦੇ ਖੰਭ ਨੂੰ ਇਹਨਾਂ ਨੇ ਮੋਰਾਂ ਸ਼ਾਹੀ ਸਿੱਕਾ ਕਹਿਤਾ। ਨਾ ਕਿਸੇ ਸਿੱਕੇ ਉੱਪਰ ਮੋਰਾਂ ਲਿਖਿਆ ਹੋਇਆ ਤੇ ਨਾ ਹੀ ਕਿਸੇ ਸਿੱਕੇ ਉੱਪਰ ਕਿਸੇ ਕੁੜੀ ਜਾਂ ਔਰਤ ਦੀ ਸ਼ਕਲ ਹੈ। ਬਸ ਕਿਉਂਕਿ ਅੰਗਰੇਜ਼ਾਂ ਨੇ ਲਿਖਤਾ ਸੀ ਤਾਂ ਰਣਜੀਤ ਸਿੰਘ ਨੇ ਮੋਰਾਂ ਨਾਚੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਸੀ। ਸੋ ਇਹ ਵੀ ਇੱਕ ਝੂਠ ਗੱਲ ਹੈ। ਸੋ ਅੰਗਰੇਜ਼ਾਂ ਨੇ ਲਿਖਿਆ ਸੀ ਇਹ ਸਾਰੀ ਗੱਲਬਾਤ ਕਿ ਉਹਨੇ ਮੋਰਾਂ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਸੀ। ਹਾਂਜੀ, ਸੋ ਇਹ ਸਾਰੀਆਂ ਗੱਲਾਂ ਗਲਤ ਹੈ। ਸੋ ਇਸ ਲਈ ਸਾਡੇ ਇਤਿਹਾਸਕਾਰ ਇਸ ਮਹਾਨ ਤੱਥ ਨੂੰ ਕਿਵੇਂ ਅਣਗੌਲਿਆ ਕਰ ਸਕਦੇ ਸਨ। ਉਹਨਾਂ ਨੇ ਵੀ ਮਹਾਨ ਤੱਥ ਆਧਾਰਿਤ ਇਤਿਹਾਸਕਾਰ ਬਣਦੇ ਹੋਏ ਲਿਖਤਾ ਕਿ ਰਣਜੀਤ ਸਿੰਘ ਨੇ ਮੋਰਾਂ ਨਾਚੀ ਦੇ ਨਾਂ ਦਾ ਸਿੱਕਾ ਵੀ ਜਾਰੀ ਕੀਤਾ ਸੀ। ਜਿਹੜੀ ਗੱਲ ਦਾ ਕੋਈ ਵੀ ਆਧਾਰ ਹੀ ਨਹੀਂ ਹੁੰਦਾ, ਕਹਿ ਲਈਏ ਵੀ ਉਸ ਗੱਲ ਨੂੰ ਰੱਦ ਕਰਨ ਲਈ ਵੀ ਕੋਈ ਲਿਖਤੀ ਗਵਾਹੀ ਨਹੀਂ ਹੁੰਦੀ। ਜਿਹੜੀ ਗੱਲ ਹੁੰਦੀ ਹੀ ਆਧਾਰ ਰਹਿਤ ਹੈ ਉਹਦੇ ਵਿਰੁੱਧ ਲਿਖਤੀ ਗਵਾਹੀ ਕਿਵੇਂ ਹੋ ਸਕਦੀ ਹੈ। ਮੋਰਾਂ ਸ਼ਾਹੀ ਕਹੇ ਜਾਣ ਵਾਲੇ ਸਿੱਕਿਆਂ ਨੂੰ ਰੱਦ ਕਰਨ ਲਈ ਇੰਨਾ ਹੀ ਕਹਿਣਾ ਕਾਫੀ ਹੈ ਕਿ ਨਾ ਤਾਂ ਕਿਸੇ ਸਿੱਕੇ ਉੱਪਰ ਮੋਰਾਂ ਸ਼ਬਦ ਲਿਖਿਆ ਹੋਇਆ ਤੇ ਨਾ ਹੀ ਕਿਸੇ ਕੁੜੀ ਜਾਂ ਔਰਤ ਦੀ ਤਸਵੀਰ ਹੈ ਉਹਦੇ ਉੱਪਰ। ਸਿਰਫ ਆਰਸੀ ਅਤੇ ਇੱਕ ਖੰਭ ਦੀ ਸ਼ਕਲ ਨੂੰ ਦੇਖਦੇ ਹੋਏ ਹਵਾਈ ਤੀਰ ਛੱਡੀ ਜਾਣਾ ਇਹ ਕੋਈ ਦਲੀਲ ਨਹੀਂ ਹੁੰਦੀ। ਸੋ ਜੇ ਲਿਖਤੀ ਸਬੂਤ ਦੀ ਗੱਲ ਤੇ ਜਿੱਦ ਕਰੀ ਜਾਣਾ ਤਾਂ ਇਸ ਲਈ ਇਹੀ ਇੱਕ ਦਲੀਲ ਸਭ ਗੱਲਾਂ ਨੂੰ ਰੱਦ ਕਰ ਦਿੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸ਼ੇਰੇ ਪੰਜਾਬ ਦੇ ਦਰਬਾਰੀ ਲੇਖਕ ਮੁਨਸ਼ੀ ਸੋਹਣ ਲਾਲ ਸੂਰੀ ਦੀ ਲਿਖਤ ਵਿੱਚ ਕਿਤੇ ਵੀ ਨਹੀਂ ਮਿਲਦੀ। ਇਹ ਤੋਂ ਵੱਡਾ ਹੋਰ ਕੋਈ ਵੀ ਸਬੂਤ ਨਹੀਂ ਹੈਗਾ। ਹਾਂਜੀ, ਜਿਹੜੇ ਕਹਿੰਦੇ ਕਿ ਉਹਦਾ ਮੋਰਾਂ ਦੇ ਨਾਂ ਦਾ ਸਿੱਕਾ ਜਾਰੀ ਕੀਤਾ ਤੇ ਹੋਰ ਬੜਾ ਕੁਝ ਲਿਖਦੇ ਆ ਇਤਿਹਾਸਕਾਰ। ਹਾਂਜੀ, ਸੋ ਸਿੱਟੇ ਦੇ ਰੂਪ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਖਾਲਸਾ ਜੀ ਦਾ ਰਾਜ ਐਲਾਨਿਆ ਸੀ ਅਤੇ ਆਪਣੇ ਆਪ ਨੂੰ ਖਾਲਸੇ ਦੀ ਸਰਕਾਰ ਅਖਵਾਇਆ ਸੀ। ਰਣਜੀਤ ਸਿੰਘ ਦਾ ਹੁਕਮ ਸੀ ਕਿ ਉਹਨੂੰ ਸਰਕਾਰ ਖਾਲਸਾ ਕਿਹਾ ਜਾਵੇ। ਉਹ ਮਹਾਰਾਜਾ ਵੀ ਅਖਵਾਉਣਾ ਨਹੀਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਆਮ ਸਿੱਖ ਸਰਦਾਰ ਉਹਨੂੰ ਸਿੰਘ ਸਾਹਿਬ ਕਹਿ ਕੇ ਬੁਲਾਉਣ। ਇਸ ਤਰ੍ਹਾਂ ਉਹਨੇ ਆਪਣੇ ਜਾਰੀ ਕੀਤੇ ਹੋਏ ਸਿੱਕਿਆਂ ਉੱਪਰ ਸਿਰਫ ਧਾਰਮਿਕ ਨਿਸ਼ਾਨੀਆਂ ਹੀ ਉਲੀਕੀਆਂ ਸਨ, ਜਿਵੇਂ ਕਿ ਗੁਰੂ ਸਾਹਿਬਾਨ ਦੀ ਸਿਫਤ ਸਲਾਹ, ਅਕਾਲ ਤਖਤ ਸਾਹਿਬ ਜੀ ਦਾ ਨਾਮ, ਚੌਰ ਅਤੇ ਚਾਨਣੀ ਦੀਆਂ ਤਸਵੀਰਾਂ ਆਦਿ। ਇਹ
ਸੋ ਇਹਨਾਂ ਦੀ ਵਰਤੋਂ ਇਸ ਗੱਲ ਨੂੰ ਵੀ ਪ੍ਰਗਟ ਕਰ ਰਹੀ ਹੈ ਕਿ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਰਾਹੀਂ ਸਿੱਖ ਧਰਮ ਦਾ ਪ੍ਰਭਾਵ ਹੀ ਉੱਭਰ ਕੇ ਸਾਹਮਣੇ ਆਇਆ ਸੀ। ਭਾਵੇਂ ਉਹਦੇ ਦਰਬਾਰੀ ਹਿੰਦੂ, ਸਿੱਖ, ਮੁਸਲਮਾਨ ਤੇ ਫਰਾਂਸੀਸੀ ਸਨ, ਪਰ ਉਹਦੇ ਦਰਬਾਰ ਦਾ ਪ੍ਰਭਾਵ ਖਾਲਸਾਈ ਰੰਗ ਵਿੱਚ ਰੰਗਿਆ ਹੋਇਆ ਸੀ, ਕਿਉਂਕਿ ਸਭ ਦੇ ਸਿਰਾਂ ਉੱਪਰ ਪੱਗਾਂ ਹੁੰਦੀਆਂ ਸਨ। ਜਿਨ੍ਹਾਂ ਦੇ ਦਾੜੀ ਮੁੱਛਾਂ ਹੁੰਦੀਆਂ ਸਨ ਉਹਨਾਂ ਦੀਆਂ ਦਾੜੀਆਂ ਖੁੱਲੀਆਂ ਸਨ। ਸੋ ਲਿਬਾਸ ਸਾਰਿਆਂ ਦਾ ਕੇਸਰੀ ਰੰਗ ਦਾ ਹੁੰਦਾ ਸੀ। ਸੋ ਇਹ ਇੱਦਾਂ ਕਹਿ ਲਈਏ ਵੀ ਦਰਬਾਰ ਸ਼ੁਰੂ ਹੋਇਆ ਸੀ। ਖਾਲਸਾ ਪਹਿਲਾ, ਇੱਦਾਂ ਮਹਾਰਾਜ ਨੂੰ ਤਿਲਕ ਦਿੱਤਾ ਗਿਆ। ਸੋ ਇੱਦਾਂ ਸਿੱਕੇ ਚੱਲੇ। ਠੀਕ ਹੈ ਜੀ। ਸੋ ਇਹ ਸੀ ਅੱਜ ਦੀ ਵੀਡੀਓ। ਸੋ ਮਿਲਦੇ ਹਾਂ ਨਵੀਂ ਜਾਣਕਾਰੀ। ਉਦੋਂ ਤੱਕ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।